Good morning. My name is Simranjit Kaur. I am a clinical instructor in Baba Moni Ji Maharaj College of Nursing, Lara Mohabbat, Bathinda. Today I am going to talk about the communication. Let's talk about communication. Communication is a process of exchanging information, ideas, thoughts, feelings, and the emotions through speech, signals, writing, and the behavior that is called the communication. ਕਮਿਊਨੀਕੇਸ਼ਨ ਕੀ ਇੱਕ ਪ੍ਰੋਸੈਸ ਆ ਜਿਹਦੇ ਵਿੱਚ ਇਨਫੋਰਮੇਸ਼ਨ ਆਈਡੀਆਜ਼ ਥੋਟਸ ਐਂਡ ਫੀਲਿੰਗਸ ਅਤੇ ਇਮੋਸ਼ਨਸ ਨੂੰ ਕੀ ਆ ਐਕਸਚੇਂਜ ਕੀਤਾ ਜਾਂਦਾ। ਕਿਵੇਂ ਐਕਸਚੇਂਜ ਕੀਤਾ ਜਾਂਦਾ ਗਾ? ਸਪੀਚ ਦੇ ਕੇ, ਸਿਗਨਲਸ ਦੇ ਕੇ ਜਾਂ ਰਿਟਨ ਦੇ ਵਿੱਚ ਕੁਝ ਲਿਖ ਕੇ ਐਂਡ ਆਪਣਾ ਬਿਹੇਵੀਅਰ ਸ਼ੋ ਕਰਕੇ ਜਦੋਂ ਇੱਕ ਪਰਸਨ ਦੂਸਰੇ ਪਰਸਨ ਨੂੰ ਕੋਈ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਿਹਾ, ਦੈਟ ਇਜ਼ ਕਾਲਡ ਦੀ ਕਮਿਊਨੀਕੇਸ਼ਨ। ਨੈਕਸਟ ਵਨ ਇਜ਼ ਦੀ ਕਮਿਊਨੀਕੇਸ਼ਨ ਪ੍ਰੋਸੈਸ। In this process, the information is provided step by step, that is called the communication process. First one is the sender. It is a person who initiate the communication. Means कि वो person ਹੁੰਦਾ ਜਿਹੜਾ communication ਨੂੰ start ਕਰਦਾ, that is called the sender. Second one is encoding. It is a written process in which the sender use verbal and the non-verbal symbols. ਮਤਲਬ ਕੀ ਹੈ ਕਿ ਇੱਕ ਰਿਟਨ ਦੇ ਵਿੱਚ ਪ੍ਰੋਸੈਸ ਹੁੰਦਾ ਜਿਹਦੇ ਵਿੱਚ ਸੈਂਡਰ ਕੀ ਆਪਣੀ ਵਰਬਲੀ ਐਂਡ ਨਾਨ ਵਰਬਲੀ ਸਿੰਬਲਸ ਨੂੰ ਯੂਜ਼ ਕਰਦਾ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਦੇ ਲਈ, ਦੈਟ ਇਜ਼ ਕਾਲਡ ਦੀ ਇਨਕੋਡਿੰਗ ਪ੍ਰੋਸੈਸ। ਥਰਡ ਵਨ ਇਜ਼ ਦੀ ਮੈਸੇਜ। ਇਟ ਇਜ਼ ਅ ਕੀ ਆਈਡੀਆ ਦੈਟ ਦੀ ਸੈਂਡਰ ਵਾਂਟਸ ਟੂ ਕਮਿਊਨੀਕੇਟ। ਮਤਲਬ ਕੀ ਹੈ ਕਿ ਮੈਸੇਜ ਕੀ ਹੁੰਦਾ, ਇੱਕ ਆਪਣਾ ਕੀ ਆਈਡੀਆ ਹੁੰਦਾ ਜਿਹਦੇ ਵਿੱਚ ਕੀ ਹੈ ਸੈਂਡਰ ਜਿਸ ਗੱਲ ਦੇ ਬਾਰੇ 'ਚ ਕੋਈ ਗੱਲ ਕਰਨਾ ਚਾਹੁੰਦਾ ਉਹਦਾ ਇੱਕ ਮੇਨ ਜਿਹਾ ਆਈਡੀਆ ਹੁੰਦਾ ਜਿਹਨੂੰ ਕੀ ਕਹਿੰਦੇ ਆਪਾਂ ਮੈਸੇਜ। Fourth one is channel. It is a medium in which the sender sends the message to the audience or the second person, that is called the channel. For example, phone, text, emails. ਚੈਨਲ ਕੀ ਹੈ? ਮਤਲਬ ਇੱਕ ਮੀਡੀਅਮ ਆ ਜਿਹਦੇ ਥਰੂ ਕੀ ਹੈ ਸੈਂਡਰ ਆਪਣੀ ਇਨਫੋਰਮੇਸ਼ਨ ਕੀ ਹੈ ਦੂਸਰੇ ਪਰਸਨ ਨੂੰ ਸੈਂਡ ਕਰ ਰਿਹਾ। ਫਿਫਥ ਵਨ ਇਜ਼ ਦੀ decoding. It is a reading process in which the written words into the verbally speak. ਮਤਲਬ ਕਿ ਇੱਕ ਰੀਡਿੰਗ ਪ੍ਰੋਸੈਸ ਆ ਜਿਹਦੇ ਵਿੱਚ ਕੀ ਆ ਜਿਹੜੀ ਇਨਫੋਰਮੇਸ਼ਨ ਸੈਂਡਰ ਦੇ ਦੁਆਰਾ ਭੇਜੀ ਜਾਂਦੀ ਰਿਸੀਵਰ ਨੂੰ, ਉੱਥੇ ਰਿਸੀਵਰ ਕੀ ਆ ਉਹਨਾਂ ਨੂੰ ਵਰਬਲੀ ਰੀਡ ਕਰਦਾ। ਮਤਲਬ ਕੀ ਆ ਜੋ ਪ੍ਰੋਸੈਸ ਕੀ ਆ ਪੂਰਾ ਲਿਖਿਆ ਹੁੰਦਾ ਗਾ, ਲਿਖ ਕੇ ਸੈਂਡ ਕੀਤਾ ਜਾਂਦਾ ਸੈਂਡਰ ਦੇ ਦੁਆਰਾ, ਉਸ ਪ੍ਰੋਸੈਸ ਦੇ ਵਿੱਚ ਕੀ ਆ ਵਰਬਲੀ ਉਹਨੂੰ ਕੀ ਆ ਪੜ੍ਹਿਆ ਜਾਂਦਾ, ਦੈਟ ਇਜ਼ ਕਾਲਡ ਦੀ ਡੀਕੋਡਿੰਗ। ਨੈਕਸਟ ਵਨ ਇਜ਼ ਦੀ ਰਿਸੀਵਰ। ਇਟ ਇਜ਼ ਅ ਪਰਸਨ ਹੂ ਰਿਸੀਵ ਦੀ ਇਨਫੋਰਮੇਸ਼ਨ ਵਿਚ ਇਜ਼ ਸੈਂਡ ਬਾਈ ਦੀ ਸੈਂਡਰ, ਦੈਟ ਇਜ਼ ਕਾਲਡ ਦੀ ਰਿਸੀਵਰ। ਰਿਸੀਵਰ ਕੀ ਇੱਕ ਪਰਸਨ ਆ ਜਿਹੜਾ ਕੀ ਇਨਫੋਰਮੇਸ਼ਨ ਨੂੰ ਰਿਸੀਵ ਕਰ ਰਿਹਾ, ਜਿਹੜੀ ਇਨਫੋਰਮੇਸ਼ਨ ਕੀ ਆ ਸੈਂਡਰ ਦੇ ਦੁਆਰਾ ਰਿਸੀਵਰ ਨੂੰ ਭੇਜੀ ਜਾਂਦੀ ਆ। ਐਂਡ ਲਾਸਟ ਵਨ ਇਜ਼ ਦੀ ਫੀਡਬੈਕ। ਇਟ ਇਜ਼ ਅ ਰਿਸਪੌਂਸ ਆਫ ਰਿਸੀਵਰ ਟੂ ਮੈਸੇਜ। ਮਤਲਬ ਕੀ ਆ ਕਿ ਇਹ ਇੱਕ ਰਿਸਪੌਂਸ ਹੁੰਦਾ ਗਾ ਰਿਸੀਵਰ ਦੇ ਦੁਆਰਾ ਕੀ ਰਿਸਪੌਂਸ ਭੇਜਿਆ ਜਾਂਦਾ ਸੈਂਡਰ ਨੂੰ ਜਿਹੜਾ ਕਿ ਉਹਨੇ ਮੈਸੇਜ ਰਿਸੀਵਰ ਨੂੰ ਦਿੱਤਾ ਹੁੰਦਾ, ਦੈਟ ਇਜ਼ ਕਾਲਡ ਦੀ ਫੀਡਬੈਕ। ਇਟ ਇਜ਼ ਦੀ ਪ੍ਰੋਸੈਸ ਆਫ ਦੀ ਕਮਿਊਨੀਕੇਸ਼ਨ। Next, types of communication. People communicate with each other in a number of ways that depend upon the message and its content in which it is being sent. Types of communication based on the communication channel used are verbal communication and non-verbal communication. ਮਤਲਬ ਕੀ ਆ ਕਿ ਲੋਕ ਆ ਜਿਹੜੇ ਕਮਿਊਨੀਕੇਟ ਕਰਦੇ ਆ ਕਿਸੇ ਵੀ ਦੂਸਰੇ ਪਰਸਨ ਨਾਲ ਬਹੁਤ ਹੀ ਤਰੀਕਿਆਂ ਦੇ ਨਾਲ ਕਮਿਊਨੀਕੇਸ਼ਨ ਕੀਤੀ ਜਾਂਦੀ ਆ, ਬਟ ਉਹ ਕਮਿਊਨੀਕੇਸ਼ਨ ਟੋਟਲੀ ਡਿਪੈਂਡ ਹੁੰਦੀ ਆਪਣੇ ਮੈਸੇਜ ਦੇ ਉੱਪਰ, ਕੰਟੈਂਟ ਦੇ ਉੱਪਰ ਕਿ ਜੋ ਪਰਸਨ ਇਨਫੋਰਮੇਸ਼ਨ ਦੇ ਰਿਹਾ ਗਾ ਉਹ ਕਿਸ ਬਾਰੇ ਦੇ ਵਿੱਚ ਦੇ ਰਿਹਾ ਅਤੇ ਕਿੰਨੇ ਕੁ ਉਹਦੇ ਵਿੱਚ ਕੰਟੈਂਟ ਆ, ਦੈਟ ਇਜ਼ ਦੀ ਕਮਿਊਨੀਕੇਸ਼ਨ ਕੰਟੈਂਟ। ਇਹਦੇ ਵਿੱਚ ਦੋ ਤਰ੍ਹਾਂ ਦੇ ਹੁੰਦੇ ਆ, ਵਰਬਲ ਕਮਿਊਨੀਕੇਸ਼ਨ ਅਤੇ ਨਾਨ ਵਰਬਲ ਕਮਿਊਨੀਕੇਸ਼ਨ। First one is the verbal communication. It refers to the form of communication in which message is transmitted verbally. ਮਤਲਬ ਕੀ ਆ ਕਿ ਜਿਹੜੀ ਵੀ ਕਮਿਊਨੀਕੇਸ਼ਨ ਹੁੰਦੀ ਆ ਇਹਦੇ 'ਚ ਆਪਣਾ ਮੈਸੇਜ ਆ ਜਿਹੜਾ ਵਰਬਲੀ ਟਰਾਂਸਮਿਟ ਕੀਤਾ ਜਾਂਦਾ ਰਿਸੀਵਰ ਨੂੰ। ਕਮਿਊਨੀਕੇਸ਼ਨ ਇਜ਼ ਡਨ ਬਾਈ ਦੀ ਵਰਡ ਆਫ ਮਾਊਥ ਐਂਡ ਦੀ ਪੀਸ ਆਫ ਰਾਈਟਿੰਗ। ਮਤਲਬ ਕੀ ਆ ਕਮਿਊਨੀਕੇਸ਼ਨ ਕਿ ਆਪਣੇ ਵਰਡ ਆਫ ਮਾਊਥ ਦੇ ਥਰੂ ਕੀ ਆ ਪ੍ਰੋਵਾਈਡ ਕੀਤੀ ਜਾਂਦੀ ਆ। ਵਰਬਲ ਕਮਿਊਨੀਕੇਸ਼ਨ ਇਜ਼ ਫਰਦਰ ਡਿਵਾਈਡਡ ਇਨਟੂ ਦੀ ਟੂ ਪਾਰਟਸ, ਓਰਲ ਕਮਿਊਨੀਕੇਸ਼ਨ ਐਂਡ ਦੀ written communication. Oral communication. In oral communication, spoken words are used. It includes face-to-face communication, speech, telephone conversation, video, radio, television, voice over the internet. It is influenced by pitch, volume, speed and the clarity of speaking. ਮੀਨਸ ਕੀ ਆ ਓਰਲ ਕਮਿਊਨੀਕੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਸਾਰੀ ਕਮਿਊਨੀਕੇਸ਼ਨ ਆ ਜਿਹੜੀ ਉਹ ਕੀ ਆ ਸਪੋਕਨ ਵਰਡਸ ਦੇ ਦੁਆਰਾ ਕੀ ਆ ਦਿੱਤੀ ਜਾਂਦੀ ਆ।
मतलब कि जो भी पर्सन जिवें फेस टू फेस कम्यूनीकेशन हो रही है जां कोई स्पीच हो रही है जां कोई टैलीफोन ते कन्वरसेशन हो रही है तो सारी इन्फॉर्मेशन है जिहड़ी वर्बली प्रोवाइड की जाती है सैकेंड पर्सन नूं, दैट इज़ कॉल्ड दी ओरल कम्यूनीकेशन। Next advantage of the oral communication, it brings quick feedback in a face-to-face conversation. While reading facial expressions and body language, one can guess whether he or she should trust what's being said or not। मतलब कि ਇਹਦਾ ਫਾਇਦਾ ਕੀ ਆ ਕਿ ਇਹ ਬਹੁਤ ਹੀ ਜਲਦੀ ਆਪਾਂ ਨੂੰ ਫੀਡਬੈਕ ਮਿਲਦਾ ਕਿਸੇ ਦੂਸਰੇ ਪਰਸਨ ਤੋਂ। ਫੇਸ ਟੂ ਫੇਸ ਕਨਵਰਸੇਸ਼ਨ ਦੇ ਵਿੱਚ ਕੀ ਹੁੰਦਾ ਕਿ ਆਪਾਂ ਕਿਸੇ ਪਰਸਨ ਦੇ ਫੇਸ਼ੀਅਲ ਐਕਸਪ੍ਰੈਸ਼ਨਸ ਨੂੰ ਰੀਡ ਕਰ ਸਕਦੇ ਹਾਂ, ਉਹਨਾਂ ਦੀ ਬੋਡੀ ਲੈਂਗੁਏਜ ਨੂੰ ਗੈਸ ਕਰ ਸਕਦੇ ਹਾਂ, ਆਪਾਂ ਟਰਸਟ ਮੇਨਟੇਨ ਕਰ ਸਕਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦਾ, ਉਹਨਾਂ ਨੂੰ ਕੀ ਨਹੀਂ ਕਹਿਣਾ ਚਾਹੀਦਾ। ਤਾਂ ਉਹ ਸਾਰੀਆਂ ਚੀਜ਼ਾਂ ਕੀ ਆ ਹੈਲਪਫੁਲ ਹੁੰਦੀਆਂ ਓਰਲ ਕਮਿਊਨੀਕੇਸ਼ਨ ਦੇ ਵਿੱਚ। ਨੈਕਸਟ ਡਿਸਐਡਵਾਂਟੇਜ ਆਫ ਦੀ ਓਰਲ ਕਮਿਊਨੀਕੇਸ਼ਨ, ਇਨ ਅ ਫੇਸ ਟੂ ਫੇਸ ਡਿਸਕਸ਼ਨ user is unable to deeply think about what he is delivering, so this can be counted as a fault। मतलब कि कहते फेस टू फेस डिस्कशन ਦੇ ਵਿੱਚ ਕੀ ਹੁੰਦਾ ਯੂਜ਼ਰ ਆ ਜਿਹੜਾ ਉਹ ਅਨਏਬਲ ਹੁੰਦਾ ਗਾ ਕੋਈ ਵੀ ਚੀਜ਼ ਨੂੰ ਡੀਪਲੀ ਥਿੰਕ ਕਰਨ ਦੇ ਲਈ। ਹੁਣ ਕਿਉਂਕਿ ਜਦੋਂ ਆਪਾਂ ਓਰਲੀ ਕੋਈ ਕਮਿਊਨੀਕੇਸ਼ਨ ਕਰਦੇ ਹਾਂ ਤਾਂ ਉਸ ਟਾਈਮ ਕਈ ਵਾਰ ਪਰਸਨ ਕੀ ਆ ਕਨਫਿਊਜ਼ ਹੁੰਦਾ, ਤਾਂ ਉਸ ਕਰਕੇ ਕਿ ਉਹ ਡੀਪਲੀ ਇੰਨਾ ਕੁ ਸੋਚ ਨਹੀਂ ਸਕਦਾ ਕਿ ਮੈਂ ਕੀ ਰਿਪਲਾਈ ਕਰਨਾ ਕੀ ਨਹੀਂ ਰਿਪਲਾਈ ਕਰਨਾ। ਤਾਂ ਫੇਸ ਟੂ ਫੇਸ ਡਿਸਕਸ਼ਨ ਦੇ ਵਿੱਚ ਇਹ ਕੀ ਇਹਦਾ ਇੱਕ ਡਿਸਐਡਵਾਂਟੇਜ ਕੰਟੇਨ ਹੁੰਦੀ ਹੈ, ਦੈਟ ਇਜ਼ ਕਾਲਡ ਦੀ ਡਿਸਐਡਵਾਂਟੇਜ ਆਫ ਦੀ ਓਰਲ ਕਮਿਊਨੀਕੇਸ਼ਨ। Next, written communication. In written communication, written signs or symbols are used to communicate. In written communication, messages can be transmitted by email, letter, report, memo, and etc. It is the most common form of communication being used in business। मतलब कि कहते रिटन कम्यूनीकेशन ਦੇ ਵਿੱਚ ਕੀ ਆ ਜਿਹੜੀ ਕਮਿਊਨੀਕੇਸ਼ਨ ਆ ਕੋਈ ਸਿਗਨਲ ਜਾਂ ਕੀ ਆ ਸਿੰਬਲ ਦੇ ਦੁਆਰਾ ਕੀ ਆ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਮੈਸੇਜ ਨੂੰ ਕੀ ਆਪਾਂ ਟਰਾਂਸਮਿਟ ਕਰਦੇ ਹਾਂ ਕੋਈ ਸਿੰਬਲ ਦੇ ਦੁਆਰਾ। ਫੋਰ ਐਗਜ਼ਾਮਪਲ ਈਮੇਲ ਦੇ ਥਰੂ ਆਪਾਂ ਆਪਣੀ ਮੈਸੇਜ ਨੂੰ ਕੀ ਸੈਂਡ ਕਰ ਸਕਦੇ ਹਾਂ, ਕੋਈ ਲੈਟਰ ਲਿਖ ਸਕਦੇ ਹਾਂ, ਕੋਈ ਰਿਪੋਰਟ ਲਿਖ ਸਕਦੇ ਹਾਂ। ਮੋਸਟ ਆਫ ਦੀ ਜਿਹੜੀ ਇਨਫੋਰਮੇਸ਼ਨ ਦੀ ਫਾਰਮ ਆ ਗਈ ਇਹ ਆਪਾਂ ਬਿਜ਼ਨਸ ਦੇ ਵਿੱਚ ਯੂਜ਼ ਕੀਤੀ ਜਾਂਦੀ ਆ। ਇਹਦੀ ਐਡਵਾਂਟੇਜਸ ਕੀ ਆ, ਕਹਿੰਦੇ ਮੈਸੇਜ ਕੈਨ ਬੀ ਐਡਿਕਟਡ ਔਰ ਦੀ ਰਿਵਾਈਜ਼ਡ। Written communication provide record and the backup. A written message enable receiver to fully understand it and send appropriate feedback। ਮੈਸੇਜ ਆ ਕਹਿੰਦੇ ਇਹਦੇ ਵਿੱਚ ਆਪਾਂ ਐਡਿਟ ਕਰ ਸਕਦੇ ਹਾਂ ਜਾਂ ਉਹਨੂੰ ਰਿਵਾਈਜ਼ ਕਰ ਸਕਦੇ ਹਾਂ, ਪ੍ਰੋਪਰ ਆਪਾਂ ਉਹਨੂੰ ਰਿਕਾਰਡ ਕਰ ਸਕਦੇ ਹਾਂ ਐਂਡ ਬੈਕਅਪ ਲੈ ਸਕਦੇ ਹਾਂ। ਤਾਂ ਰਿਟਨ ਮੈਸੇਜ ਆ ਜਿਹੜਾ ਇਨੇਬਲ ਹੁੰਦਾ ਰਿਸੀਵਰ ਵੀ ਉਹਨੂੰ ਫੁੱਲੀ ਅੰਡਰਸਟੈਂਡ ਕਰ ਲੈਂਦਾ ਅਤੇ ਉਹਨੂੰ ਪ੍ਰੋਪਰ ਫੀਡਬੈਕ ਪ੍ਰੋਵਾਈਡ ਕਰਦੇ ਆ। ਡਿਸਐਡਵਾਂਟੇਜ ਕੀ ਹੈਗੀ, it does not bring instant feedback. It takes more time in composing a written message as compared to word of mouth and number of people struggle for writing ability। ਕਹਿੰਦੇ ਇਹਦੇ ਵਿੱਚ ਕੀ ਹੈ ਜਿਹੜਾ ਫੀਡਬੈਕ ਆਪਾਂ ਨੂੰ ਤੇਜ਼ੀ ਨਾਲ ਮਿਲਦਾ, ਕਿਉਂਕਿ ਕੀ ਹੁੰਦਾ ਕਿ ਆਪਾਂ ਜਿਹਦੇ ਬੋਲਣ ਦੀ ਬਜਾਏ ਕਿ ਰਿਟਨ ਦੇ ਵਿੱਚ ਕੋਈ ਚੀਜ਼ ਲਿਖ ਕੇ ਦੇਣੀ ਆ ਤਾਂ ਉਸ ਟਾਈਮ ਕਿ ਕਈ ਪਰਸਨ ਰਾਈਟਿੰਗ ਕਰਨ ਦੀ ਅਬਿਲਿਟੀ ਉਹਨਾਂ ਦੀ ਇੰਨੀ ਨਹੀਂ ਹੁੰਦੀ, ਤਾਂ ਉਸ ਟਾਈਮ ਉਹ ਕੀ ਆ ਸਟਰਗਲ ਫੀਲ ਕਰਦੇ ਆ। ਦੈਟ ਇਜ਼ ਦੀ ਡਿਸਐਡਵਾਂਟੇਜ ਆਫ ਦੀ ਰਿਟਨ ਕਮਿਊਨੀਕੇਸ਼ਨ। Next one is the non-verbal communication. It is the sending or receiving of the wordless message such as gesture, body language, posture, tone of voice or facial expression is called the non-verbal communication। non-verbal communication ਕੀ ਆ ਜਿਹਦੇ ਵਿੱਚ ਆਪਾਂ ਕੋਈ ਵੀ wordless message send ਕਰਦੇ ਹਾਂ ਜਾਂ receive ਕਰਦੇ ਹਾਂ ਉਹਨੂੰ ਕਹਿੰਦੇ ਆਪਾਂ ਨੋਨ ਵਰਬਲ ਕਮਿਊਨੀਕੇਸ਼ਨ। ਫੋਰ ਐਗਜ਼ਾਮਪਲ ਜਿਵੇਂ ਕੋਈ ਗੈਸਚਰਸ ਹੋ ਗਏ, ਬੋਡੀ ਲੈਂਗੁਏਜ ਹੋ ਗਈ, ਫੇਸ਼ੀਅਲ ਐਕਸਪ੍ਰੈਸ਼ਨਸ ਹੋ ਗਈ, ਦੈਟ ਇਨਕਲੂਡਡ ਇਨਟੂ ਦੀ ਨੋਨ ਵਰਬਲ ਕਮਿਊਨੀਕੇਸ਼ਨ। ਨੈਕਸਟ ਇਟ ਹੈਜ਼ ਦੀ 3 ਐਲੀਮੈਂਟਸ। ਫਸਟ ਵਨ ਇਜ਼ ਦੀ ਅਪੀਅਰੈਂਸ। ਅਪੀਅਰੈਂਸ ਦੇ ਵਿੱਚ ਕੀ ਹੁੰਦਾ ਸਪੀਕਰ ਦੀ ਕਲੋਥਿੰਗ, ਹੇਅਰ ਸਟਾਈਲ, ਨੀਟਨੈਸ, ਯੂਜ਼ ਆਫ ਕਾਸਮੈਟਿਕ, ਸਰਾਊਂਡਿੰਗ ਰੂਮ ਸਾਈਜ਼, ਲਾਈਟਿੰਗ, ਡੈਕੋਰੇਸ਼ਨ, ਫਰਨਿਸ। ਬੋਡੀ ਲੈਂਗੁਏਜ, ਫੇਸ਼ੀਅਲ ਐਕਸਪ੍ਰੈਸ਼ਨ, ਗੈਸਚਰ, ਪੋਸਚਰਸ। ਸਾਊਂਡਸ ਵਿੱਚ ਵੋਇਸ ਆਫ ਟੋਨ, ਵੋਲੀਅਮ, ਸਪੀਡ, ਰੇਟ। ਉਹੀ ਹੈਗੇ ਕਿ ਜਿਹੜੇ ਕਿ ਨੋਨ ਵਰਬਲ ਐਂਡ ਦੀ ਵਰਡਲੈਸ ਮੈਸੇਜਸ ਹੁੰਦੇ ਹੈਗੇ ਉਹ ਕੀ ਕਨਵੇ ਕੀਤੇ ਜਾਂਦੇ ਹੈਗੇ, ਦੈਟ ਇਜ਼ ਕਾਲਡ ਦੀ ਨੋਨ ਵਰਬਲ ਕਮਿਊਨੀਕੇਸ਼ਨ। ਨੈਕਸਟ levels of the communication. First one is the interpersonal communication. It is a communication that occur in your own mind. It is the basis of your feeling, voices, prejudices and the beliefs। ਮਤਲਬ ਕਿ ਕਮਿਊਨੀਕੇਸ਼ਨ ਆ ਜਿਹਦੇ ਵਿੱਚ ਕਿ ਜਿਹੜੀ ਕਿ ਆਪਣੇ ਮਾਈਂਡ ਦੇ ਵਿੱਚ ਹੀ ਚੱਲਦੀ ਆ। ਮਾਈਂਡ ਦੇ ਵਿੱਚ ਕਿਸ ਚੀਜ਼ ਦੇ ਰਿਲੇਟਡ ਹੀ ਕਮਿਊਨੀਕੇਸ਼ਨ ਹੋ ਸਕਦੀ ਹੈ, ਆਪਣੀਆਂ ਫੀਲਿੰਗਸ ਨੂੰ ਲੈ ਕੇ, ਆਪਣੇ ਵੋਇਸਿਸ ਨੂੰ ਲੈ ਕੇ, ਆਪਣੀ ਪ੍ਰੀਜੌਂਡਿਸ ਨੂੰ ਲੈ ਕੇ, ਬਲੀਫਸ ਵਗੈਰਾ ਨੂੰ ਲੈ ਕੇ ਕੀ ਆ ਇੰਟਰਪਰਸਨਲ ਕਮਿਊਨੀਕੇਸ਼ਨ ਜੋ ਹੁੰਦੀ ਆ ਉਹਨੂੰ ਕੀ ਕਹਿੰਦੇ ਆਪਾਂ ਇੰਟਰਪਰਸਨਲ ਕਮਿਊਨੀਕੇਸ਼ਨ। ਫੋਰ ਐਗਜ਼ਾਮਪਲ ਵੈਨ ਯੂ ਮੇਕ ਐਨੀ ਕਾਈਂਡ ਆਫ ਦੀ ਡਿਸੀਜ਼ਨ what do you to wear or eat।
when you think about something what you want to do on weekend, or when you think about another person. These are the examples of the interpersonal communication. ਮਤਲਬ ਕਿ ਫੋਰ ਐਗਜ਼ਾਮਪਲ ਕਹਿੰਦੇ ਵੀ ਆਪਣੇ ਮਾਈਂਡ ਦੇ ਵਿੱਚ ਕੀ ਕਮਿਊਨੀਕੇਸ਼ਨ ਹੁੰਦੀ ਹੈ, ਵੀ ਆਪਾਂ ਸੋਚਦੇ ਵੀ ਅਸੀਂ ਵੀਕਐਂਡ 'ਤੇ ਕੀ ਕਰਾਂਗੇ, ਜਾਂ ਉਸ ਪਰਸਨ ਨਾਲ ਅਸੀਂ ਕੀ ਗੱਲ ਕਰਨੀ ਆ, ਅਸੀਂ ਇਹ ਕੀ ਪਾਉਣਾ, ਕੀ ਖਾਣਾ, ਅਤੇ ਇਹ ਜਿਹੜੇ ਡਿਸੀਜ਼ਨਸ ਆਪਣੇ ਮਾਈਂਡ ਦੇ ਦੁਆਰਾ ਲੈਤੇ ਜਾਂਦੇ ਆ, ਦੈਟ ਇਜ਼ ਕਾਲਡ ਦੀ ਇੰਟਰਪਰਸਨਲ communication. Second one is the interpersonal communication is a communication between two people what can involve more in informal conversation. For example, when you are talking to your friends, a teacher and student discussion and assignment. ਮੀਨਸ ਕਿ ਕਮਿਊਨੀਕੇਸ਼ਨ ਜਿਹੜੀ ਦੋ ਲੋਕਾਂ ਦੇ ਵਿਚਕਾਰ ਹੁੰਦੀ ਹੈ, ਬਟ ਜ਼ਿਆਦਾਤਰ ਇਨਫੋਰਮਲ ਹੁੰਦੀ ਆ। ਮੰਨ ਲਓ ਵੀ ਕੋਈ ਵੀ ਪਰਸਨ ਕੀ ਆ ਟੋਕਿੰਗ ਕਰ ਰਿਹਾ ਆਪਦੇ ਫਰੈਂਡਸ ਦੇ ਨਾਲ, ਫਰੈਂਡਸ ਕੀ ਆਪਣੇ ਇਨਫੋਰਮਲ ਨੇ। ਸੈਕਿੰਡ ਵਨ ਕੀ ਹੈ ਟੀਚਰ ਐਂਡ ਸਟੂਡੈਂਟ ਕੀ ਡਿਸਕਸ ਕਰ ਰਹੇ ਅਸਾਈਨਮੈਂਟ ਦੇ ਬਾਰੇ 'ਚ, ਤਾਂ ਉਹ ਕੀ ਇੱਕ ਇੰਟਰਪਰਸਨਲ ਕਮਿਊਨੀਕੇਸ਼ਨ। Next, small group communication. It is a communication within formal or informal groups or teams. It is a group interaction that results in decision making, problem solving and discussion within the organization. ਮਤਲਬ ਕਿ ਇੱਕ ਕਮਿਊਨੀਕੇਸ਼ਨ ਆ ਜਿਹੜੀ ਕਿ ਆਪਾਂ ਫਾਰਮਲ ਜਾਂ ਇਨਫੋਰਮਲ ਗਰੁੱਪ ਦੇ ਵਿੱਚ ਕਰਦੇ ਹਾਂ, ਜੋ ਕਿ ਟੀਮ ਦੇ ਵਿੱਚ ਕਰਦੇ ਹਾਂ, ਜਿਹਦੇ ਵਿੱਚ ਕੀ ਹੁੰਦਾ ਆਪਾਂ ਕੋਈ ਡਿਸੀਜ਼ਨ ਲੈਂਦੇ ਹਾਂ, ਜਾਂ ਕੋਈ ਪ੍ਰੋਬਲਮ ਸੋਲਵ ਕਰਦੇ ਹਾਂ, ਜਾਂ ਕੋਈ ਡਿਸਕਸ਼ਨ ਕਰਦੇ ਹਾਂ ਆਪਣੀ ਆਰਗੇਨਾਈਜੇਸ਼ਨ ਦੇ ਨਾਲ, ਉਸ ਚੀਜ਼ ਦੇ ਰਿਜ਼ਲਟ ਦਿੱਤੇ ਜਾਂਦੇ ਆ, ਦੈਟ ਇਜ਼ ਕਾਲਡ ਦੀ ਸਮਾਲ ਗਰੁੱਪ ਕਮਿਊਨੀਕੇਸ਼ਨ। ਫੋਰ ਐਗਜ਼ਾਮਪਲ ਅ ਟੀਮ ਵਰਕਿੰਗ ਟੂਗੈਦਰ ਔਨ ਅ ਪ੍ਰੋਜੈਕਟ, ਮਤਲਬ ਇੱਕ ਟੀਮ ਕੀ ਆ ਵਰਕ ਕਰ ਰਹੀ ਹੈ ਪ੍ਰੋਜੈਕਟ ਦੇ ਉੱਪਰ, ਤਾਂ ਕਿ ਉਹ ਇੱਕ ਸਮਾਲ ਗਰੁੱਪ ਕਮਿਊਨੀਕੇਸ਼ਨ ਆ। ਸੈਕਿੰਡ ਵਨ ਐਗਜ਼ਾਮਪਲ ਵੁੱਡ ਬੀ ਗਰੁੱਪ ਪਲੈਨਿੰਗ ਅ ਸਰਪ੍ਰਾਈਜ਼ ਬਰਥਡੇ ਪਾਰਟੀ ਫॉर ਸਮਵਨ। ਫੋਰ ਐਗਜ਼ਾਮਪਲ ਕਿ ਕੋਈ ਫਰੈਂਡਸ ਨੇ ਜਾਂ ਕੋਈ ਹੋਰ ਮੈਂਬਰ ਆ ਕਿ ਉਹ ਆਪਦੇ ਫਰੈਂਡ ਦੇ ਲਈ ਕੀ ਬਰਥਡੇ ਪਾਰਟੀ ਅਰੇਂਜ ਕਰਨਾ ਚਾਹੁੰਦੇ ਆ, ਸਰਪ੍ਰਾਈਜ਼ ਕਰਨਾ ਚਾਹੁੰਦੇ ਆ, ਤਾਂ ਉਹ ਇੱਕ ਗਰੁੱਪ ਦੇ ਵਿੱਚ ਬਹਿ ਕੇ ਕੀ ਕਮਿਊਨੀਕੇਸ਼ਨ ਕਰ ਰਿਹਾ, ਦੈਟ ਇਜ਼ ਕਾਲਡ ਦੀ ਸਮਾਲ ਗਰੁੱਪ communication. Next, one-to-one group communication. It involves a speaker who intend to inform, persuade or motivate an audience. ਮਤਲਬ ਕੀ ਹੈ ਕਿ ਇੱਕ ਪਰਸਨ ਜਿਹੜਾ ਕੀ ਆ ਦੂਸਰੀ ਆਡੀਅנס ਨੂੰ ਜਾਂ ਦੂਸਰੇ ਲੋਕਾਂ ਨੂੰ ਕੀ ਆ ਮੋਟੀਵੇਟ ਕਰ ਰਿਹਾ, ਇਨਫੋਰਮੇਸ਼ਨ ਪ੍ਰੋਵਾਈਡ ਕਰ ਰਿਹਾ। ਇੱਕ ਪਰਸਨ ਕੀ ਆ ਆਪਦੇ ਥਰੂ ਕੀ ਇਨਫੋਰਮੇਸ਼ਨ ਦੂਸਰਿਆਂ ਨੂੰ ਦੇ ਰਿਹਾ, ਬਟ ਉਹਨਾਂ ਤੋਂ ਕੋਈ ਵੀ ਫੀਡਬੈਕ ਨਹੀਂ ਲੈ ਰਿਹਾ, ਦੈਟ ਇਜ਼ ਕਾਲਡ ਦੀ one-to-one group communication. It goes a source, channel, message, receiver, feedback back to the sender. For example, a teacher delivering a lecture to a class of students. For example, ਕੀ ਹੈ ਵੀ ਇੱਕ ਟੀਚਰ ਆ ਜਿਹੜਾ ਕੀ ਹੈ ਸਟੂਡੈਂਟਸ ਨੂੰ ਇਹ ਕਲਾਸ ਦੇ ਵਿੱਚ ਲੈਕਚਰ ਡਿਲੀਵਰ ਕਰ ਰਿਹਾ। ਸੈਕਿੰਡ, ਅ ਸਪੀਕਰ ਐਂਡ ਦੀ ਅਸੈਂਬਲੀ ਆਫ ਪੀਪਲ ਇਨ ਆਡੀਟੋਰੀਅਮ। ਸਪੀਕਰ ਹੈਗਾ ਆਡੀਟੋਰੀਅਮ ਦੇ ਵਿੱਚ ਅਸੈਂਬਲੀ ਕੀਤੀ ਹੋਈ ਹੈ ਲੋਕਾਂ ਦੀ, ਤਾਂ ਉੱਥੇ ਕੀ ਹੈਗਾ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ, ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਿਹਾ, ਦੈਟ ਇਜ਼ ਕਾਲਡ ਦੀ one-to-one group communication. Next, mass communication. It is an electronic and print transmission of the message to the general public. ਇੱਕ ਇਲੈਕਟ੍ਰੋਨਿਕ ਜਾਂ ਪ੍ਰਿੰਟ ਕੀਤਾ ਹੁੰਦਾ ਆਪਣਾ ਮੈਸੇਜ, ਜਿਹੜੀ ਇਨਫੋਰਮੇਸ਼ਨ ਆਪਾਂ ਕੀ ਆ ਪਬਲਿਕ ਨੂੰ ਪ੍ਰੋਵਾਈਡ ਕਰਨੀ ਆ। ਮਾਸ ਮੀਡੀਆ ਵਿੱਚ ਕੀ ਇਨਕਲੂਡ ਹੁੰਦਾ, ਫੋਰ ਐਗਜ਼ਾਮਪਲ ਰੇਡੀਓ, ਟੈਲੀਵਿਜ਼ਨ, ਫਿਲਮ ਐਂਡ ਦੀ ਪ੍ਰਿੰਟਡ ਮਟੀਰੀਅਲ ਟੂ ਰੀਚ ਦੀ ਲਾਰਜ ਆਡੀਅੰਸ। ਇਹਦੇ ਵਿੱਚ ਕੀ ਹੈ ਕਿ ਜਿਹੜੀ ਇਨਫੋਰਮੇਸ਼ਨ ਆਪਾਂ ਕਿਸੇ ਵੀ ਪ੍ਰਿੰਟ ਮਟੀਰੀਅਲ ਦੇ ਥਰੂ ਪ੍ਰੋਵਾਈਡ ਕਰ ਰਹੇ ਹਾਂ, ਦੈਟ ਇਜ਼ ਕਾਲਡ ਦੀ ਮਾਸ ਕਮਿਊਨੀਕੇਸ਼ਨ। Television commercial, a magazine article, hearing a song on the radio, books, newspaper, billboards are the examples of the mass media. Next one is the barriers of the communication. Barriers are the factors which influence the clarity, accuracy and the effectiveness of the message by acting upon any or all of the basic elements of the communication process. ਮਤਲਬ ਕੀ ਆ ਕਿ ਵੈਰੀਅਸ ਉਹ ਹੁੰਦੇ ਆ ਜਿਹੜੀ ਕਿ ਆਪਣੀ ਇਨਫੋਰਮੇਸ਼ਨ ਜਾਂ ਆਪਣੀ ਮੈਸੇਜ ਦੀ ਕਲੈਰਿਟੀ ਨੂੰ, ਐਕੂਰੇਸੀ ਨੂੰ ਐਂਡ ਦੀ ਇਫੈਕਟਿਵਨੈਸ ਨੂੰ ਕੀ ਇਨਫਲੂਐਂਸ ਕਰਦੇ ਆ, ਦੈਟ ਇਜ਼ ਕਾਲਡ ਦੀ ਵੈਰੀਅਰਸ ਆਫ ਦੀ ਕਮਿਊਨੀਕੇਸ਼ਨ। ਨੈਕਸਟ, ਵੈਰੀਅਰਸ ਟੂ ਇਫੈਕਟਿਵ ਕਮਿਊਨੀਕੇਸ਼ਨ। ਕਿਹੜੇ ਵੈਰੀਅਰਸ ਨੇ ਕਿ ਜਿਹੜੀ ਇਫੈਕਟਿਵ ਕਮਿਊਨੀਕੇਸ਼ਨ ਨੂੰ ਕੀ ਆ ਖਰਾਬ ਕਰਦੇ ਆ। ਵਨ ਇਜ਼ ਦੀ ਜੈਂਡਰ, ਸੈਕਿੰਡ ਫਿਜ਼ੀਕਲੀ, ਥਰਡ ਆਰਗੇਨਾਈਜੇਸ਼ਨ, ਫੋਰਥ ਪਰਸਨਲ, ਫਿਫਥ ambiguity of words or the phrases, fifth individual linguistic ability, sixth physiologically, seventh bypassing, eighth cultural and ninth one fear of the being criticized. ਇਹ ਸਾਰੇ ਕੀ ਹੈ ਵੈਰੀਅਰਸ ਆ ਜਿਹੜੀ ਕੀ ਹੈ ਕਮਿਊਨੀਕੇਸ਼ਨ ਨੂੰ ਅਫੈਕਟ ਕਰਦੇ ਆ। ਫੋਰ ਐਗਜ਼ਾਮਪਲ ਜੈਂਡਰ ਆ ਜੋ ਕਿ ਹੈ ਮੇਲ ਔਰ ਫੀਮੇਲਸ ਦੀ ਜੇ ਕੋਈ ਕਮਿਊਨੀਕੇਸ਼ਨ ਹੋ ਰਹੀ ਆ ਤਾਂ ਉਹਨਾਂ ਦੇ ਵਿਚਕਾਰ ਅੰਡਰਸਟੈਂਡਿੰਗ ਲੈਵਲ ਕੀ ਆ ਕਈ ਵਾਰ ਨਹੀਂ ਮੈਚ ਕਰਦਾ, ਤਾਂ ਉਸ ਟਾਈਮ ਕੀ ਉਹਨਾਂ ਦੀ ਕਮਿਊਨੀਕੇਸ਼ਨ ਦੇ ਵਿੱਚ ਕੀ ਹੈ ਵੈਰੀਅਰ ਆ ਸਕਦਾ। ਫਿਜ਼ੀਕਲੀ ਸਟਰਕਚਰ ਦੇ ਵਿੱਚ ਕੋਈ
ਬੋਡੀ ਲੈਂਗੁਏਜ ਹੋ ਗਏ, ਗੈਸਚਰਸ ਹੋ ਗਏ, ਉਸ ਰੀਜ਼ਨ ਦੇ ਕਰਕੇ ਉਹਨਾਂ ਦੀ ਕਮਿਊਨੀਕੇਸ਼ਨ ਦੇ ਵਿੱਚ ਇਨਫਲੂਐਂਸ ਹੋ ਸਕਦੀ ਆ। ਆਰਗੇਨਾਈਜੇਸ਼ਨ ਇੱਕ ਟੀਮ ਦੇ ਵਿੱਚ ਆਪਾਂ ਕੀ ਆ ਕੋਈ ਕਮਿਊਨੀਕੇਸ਼ਨ ਪ੍ਰੋਵਾਈਡ ਕਰ ਰਹੇ ਹੈਗੇ, ਜਿਹਦੇ ਵਿੱਚ ਕੀ ਆ ਆਰਗੇਨਾਈਜੇਸ਼ਨ ਟਾਈਮ ਦੇ ਵਿੱਚ ਕੀ ਆ ਸਮਾਲ ਗਰੁੱਪ ਟਾਈਮ ਪੀਰੀਅਡ ਵਿੱਚ ਕੋਈ ਪਰਸਨ ਨਹੀਂ ਅੰਡਰਸਟੈਂਡ ਕਰ ਪਾ ਰਿਹਾ, ਤਾਂ ਉਹ ਰੀਜ਼ਨ ਦੇ ਕਰਕੇ ਕੀ ਉਹਨਾਂ ਦੀ ਕਮਿਊਨੀਕੇਸ਼ਨ ਅਫੈਕਟ ਹੋ ਰਹੀ ਆ। ਨੈਕਸਟ ਵਨ ਇਜ਼ ਦੀ ਹਾਊ ਟੂ ਓਵਰਕਮ ਵੈਰੀਅਰਸ ਆਫ ਦੀ ਕਮਿਊਨੀਕੇਸ਼ਨ। ਆਪਾਂ ਕਮਿਊਨੀਕੇਸ਼ਨ ਦੇ ਵੈਰੀਅਰਸ ਨੂੰ ਕਿਵੇਂ ਓਵਰਕਮ ਕਰ ਸਕਦੇ ਹਾਂ। ਫਸਟ ਵਨ ਇਜ਼ ਯੂਜ਼ ਆਫ ਈਜ਼ੀ ਲੈਂਗੁਏਜ। ਮਤਲਬ ਕੀ ਹੈ ਕਿ ਪਹਿਲਾਂ ਆਪਾਂ ਨੂੰ ਆਪਣੀ ਲੈਂਗੁਏਜ ਨੂੰ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਯੂਜ਼ ਕਰਨਾ ਚਾਹੀਦਾ। ਸੈਕਿੰਡ, ਡਿਲੀਵਰਿੰਗ ਮੈਸੇਜ ਸਕਿਲਫੁਲੀ, ਮਤਲਬ ਕਿ ਜੋ ਵੀ ਆਪਾਂ ਮੈਸੇਜ ਡਿਲੀਵਰ ਕਰ ਰਹੇ ਹਾਂ ਉਹਨੂੰ ਸਕਿਲਫੁਲੀ ਡਿਲੀਵਰ ਕਰਨਾ। ਥਰਡ ਵਨ ਇਜ਼ ਦੀ ਫੋਕਸ ਔਨ ਦੀ ਰਿਸੀਵਰ ਦੇ ਉੱਪਰ ਫੋਕਸ ਕਰਨਾ। ਫੋਰਥ, ਯੂਜ਼ਿੰਗ ਮਲਟੀਪਲ ਚੈਨਲ ਟੂ ਕਮਿਊਨੀਕੇਟ ਇੰਸਟੈਡ ਆਫ ਰਿਲਾਈਂਗ ਔਨ ਓਨਲੀ ਵਨ ਚੈਨਲ। ਵੀ ਇੱਕ ਚੈਨਲ 'ਤੇ ਡਿਪੈਂਡ ਰਹਿਣ ਦੀ ਬਜਾਏ ਕਿ ਆਪਾਂ ਨੂੰ ਬਹੁਤ ਸਾਰੇ ਚੈਨਲਸ ਦੇ ਨਾਲ ਕੀ ਕਮਿਊਨੀਕੇਟ ਕਰਨਾ ਚਾਹੀਦਾ, ਤਾਂ ਹੀ ਆਪਣੀ ਜਿਹੜੀ ਕਮਿਊਨੀਕੇਸ਼ਨ ਵੈਰੀਅਰਸ ਆ ਉਹ ਓਵਰਕਮ ਹੋਣਗੇ। ਫਿਫਥ ਵਨ, ਇੰਸ਼ੋਰਿੰਗ ਐਪਰੋਪ੍ਰੀਏਟ ਫੀਡਬੈਕ। ਐਂਡ ਸਿਕਸਥ ਵਨ, ਵੀ ਅਵੇਅਰ ਆਫ ਯਰ ਓਨ ਸਟੇਟ ਆਫ ਮਾਈਂਡ, ਇਮੋਸ਼ਨਸ ਐਂਡ ਦੀ ਐਟੀਟਿਊਡ। ਕਿ ਆਪਾਂ ਨੂੰ ਆਪਣੇ ਮਾਈਂਡ, ਆਪਣੇ ਇਮੋਸ਼ਨਸ, ਆਪਣੇ ਐਟੀਟਿਊਡ ਦੇ ਲਈ ਕੀ ਅਵੇਅਰ ਹੋਣਾ ਚਾਹੀਦਾ। ਨੈਕਸਟ, ਟੂਲਸ ਆਫ ਇਫੈਕਟਿਵ ਕਮਿਊਨੀਕੇਸ਼ਨ। ਆਪਣੀ ਕਮਿਊਨੀਕੇਸ਼ਨ ਨੂੰ ਵਧੀਆ ਬਣਾਉਣ ਦੇ ਲਈ ਕਿਹੜੇ ਟੂਲਸ ਆਪਾਂ ਯੂਜ਼ ਕਰ ਸਕਦੇ ਹਾਂ। ਫਸਟ ਵਨ ਇਜ਼ ਪ੍ਰੋਪਰ ਯੂਜ਼ ਆਫ ਬੋਥ ਵਰਬਲ ਐਂਡ ਦੀ ਨਾਨ ਵਰਬਲ ਕਮਿਊਨੀਕੇਸ਼ਨ। ਕਿ ਆਪਾਂ ਵਰਬਲ ਅਤੇ ਨਾਨ ਵਰਬਲ ਕਮਿਊਨੀਕੇਸ਼ਨ ਦੋਨਾਂ ਦਾ ਪ੍ਰੋਪਰ ਯੂਜ਼ ਕਰਨਾ। ਸੈਕਿੰਡ, ਗੁੱਡ ਐਂਡ ਦੀ ਐਕਟਿਵ ਲਿਸਨਿੰਗ। ਕਿ ਜੋ ਆਪਾਂ ਸੁਣ ਰਹੇ ਹਾਂ ਚੀਜ਼ ਉਹ ਪ੍ਰੋਪਰਲੀ ਐਕਟਿਵ ਹੋ ਕੇ ਸੁਣਨੀ ਹੈ ਅਤੇ ਵਧੀਆ ਸੁਣਨੀ ਆ। ਥਰਡ, ਕੁਐਸ਼ਨਿੰਗ। ਆਪਾਂ ਨੂੰ ਜੇ ਕੋਈ ਵੀ ਡਾਊਟ ਹੈ ਤਾਂ ਆਪਾਂ ਕੁਐਸ਼ਨ ਕਰਨਾ। ਫੋਰਥ ਵਨ ਇਜ਼ ਦੀ ਯੂਜ਼ ਆਫ ਸਿੰਪਲ ਲੈਂਗੁਏਜ। ਆਪਾਂ ਬਿਲਕੁਲ ਸਿੰਪਲ ਲੈਂਗੁਏਜ ਯੂਜ਼ ਕਰਨੀ ਹੈ ਤਾਂ ਕਿ ਆਪਣੀ ਕਮਿਊਨੀਕੇਸ਼ਨ ਆ, ਜੋ ਆਪਣਾ ਮੈਸੇਜ ਆਪਾਂ ਕਿਸੇ ਨੂੰ ਫਾਰਵਰਡ ਕਰ ਰਹੇ ਹਾਂ ਉਹਨੂੰ ਈਜ਼ਲੀ ਸਮਝ ਆ ਜਾਏ। ਫਿਫਥ ਵਨ ਇਜ਼ ਦੀ ਰਿਫਲੈਕਟਿੰਗ ਦੀ ਇਮੋਸ਼ਨਸ ਨੂੰ ਰਿਫਲੈਕਟ ਕਰਨਾ। ਸਿਕਸਥ, ਪੈਰਾਫਰੇਜ਼ਿੰਗ ਦੀ ਟਾਕ। ਵੀ ਜੋ ਵੀ ਆਪਾਂ ਗੱਲ ਕਰ ਰਹੇ ਹਾਂ ਉਹਨੂੰ ਪੈਰਾਫਰੇਜ਼ ਕਰਕੇ ਦੁਬਾਰਾ ਤੋਂ ਉਸ ਪਰਸਨ ਨੂੰ ਸਮਝਾਉਣਾ। ਸੈਵਨਥ ਵਨ, ਯੂਜ਼ ਆਫ ਦੀ ਐਪਰੋਪ੍ਰੀਏਟ ਚੈਨਲ ਆਫ ਦੀ ਕਮਿਊਨੀਕੇਸ਼ਨ। ਕਿ ਆਪਾਂ ਵੀ ਕਮਿਊਨੀਕੇਸ਼ਨ ਨੂੰ ਦੇ ਲਈ ਕਿ ਆਪਾਂ ਐਪਰੋਪ੍ਰੀਏਟ ਚੈਨਲ ਨੂੰ ਯੂਜ਼ ਕਰਨਾ। ਇਹ ਸਾਰੇ ਤਰੀਕੇ ਆ ਜਿਹਦੇ ਨਾਲ ਆਪਣੀ ਕਮਿਊਨੀਕੇਸ਼ਨ ਹੋਰ ਵਧੀਆ ਬਣ ਸਕਦੀ ਆ। ਥੈਂਕ ਯੂ।